मैं राजविंदर कौर ते मेरे वालों सारिਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਰਨ ਪੰਜਾਬੀ ਵਿਦ ਰਾਜਵਿੰਦਰ ਮੈਮ ਚੈਨਲ ਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਪਿਆਰੇ ਬੱਚਿਓ, ਇਹ ਵੀਡੀਓ ਜਿਹੜੀ ਹੈ ਸੈਸ਼ਨ 2021 ਤੇ 2022 ਦੇ 10ਵੀਂ ਜਮਾਤ ਦੇ ਨਵੇਂ ਸਿਲੇਬਸ ਦੇ ਅਨੁਸਾਰ ਬਣਾਈ ਗਈ ਹੈ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪਾਠ ਪੁਸਤਕ ਵੰਨਗੀ ਭਾਗ 10 ਭਾਵ ਜਮਾਤ 10ਵੀਂ ਜਮਾਤ ਦੀ ਕਹਾਣੀ ਹੈ ਕੁਲਫੀ, ਜਿਹੜੀ ਕਿ ਸੁਜਾਨ ਸਿੰਘ ਜੀ ਦੁਆਰਾ ਲਿਖੀ ਗਈ ਹੈ, ਉਸ ਦੇ ਬਾਰੇ ਦੇ ਵਿੱਚ ਵਿਸਥਾਰਪੂਰਵਕ ਪੜਾਂਗੇ। ਇਸ ਕਹਾਣੀ ਦੇ ਵਿੱਚ ਸੁਜਾਨ ਸਿੰਘ ਜੀ ਨੇ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਜਿਹੜਾ ਹੈ ਉਹਦੀ ਆਰਥਿਕ ਤੰਗੀ ਨੂੰ ਪੇਸ਼ ਕੀਤਾ ਹੈ ਕਿ ਘੱਟ ਤਨਖਾਹ ਲੈਣ ਕਰਕੇ ਉਹ ਆਪਣੀ ਕੁਲਫੀ ਖਾਣ ਦੀ ਇੱਛਾ ਤੇ ਆਪਣੇ ਛੋਟੇ ਬੱਚੇ ਦੀ ਇੱਛਾ ਜਿਹੜੀ ਹੈ ਉਹਨੂੰ ਦਬਾ ਦਿੰਦਾ ਹੈ। ਇੱਥੋਂ ਤੱਕ ਕਿ ਉਹ ਆਪਣੇ ਛੋਟੇ ਬੱਚੇ ਦੁਆਰਾ ਕੁਲਫੀ ਮੰਗਣ ਦੇ ਉੱਤੇ ਵੀ ਬਹਾਨੇ ਲਗਾਉਂਦਾ ਹੈ। ਉਹ ਮੁਰਮਰਾ ਮੰਗਣ ਦੇ ਉੱਤੇ ਵੀ ਉਸ ਨੂੰ ਕਹਿੰਦਾ ਹੈ ਕਿ ਮੁਰਮਰਾ ਵੀ ਜਿਹੜਾ ਹੈ ਉਹ ਵੀ ਖਾਣ ਵਿੱਚ ਵਧੀਆ ਨਹੀਂ ਹੁੰਦਾ। ਇਸ ਤਰੀਕੇ ਦੇ ਨਾਲ ਉਹ ਆਪਣੇ ਆਰਥਿਕ ਤੰਗੀ ਦੇ ਕਰਕੇ ਆਪਣੇ ਬੱਚੇ ਨੂੰ ਘੱਟ ਤਨਖਾਹ ਹੋਣ ਕਰਕੇ ਉਹਦੀਆਂ ਇੱਛਾਵਾਂ ਜਿਹੜੀਆਂ ਉਹ ਪੂਰੀਆਂ ਨਹੀਂ ਕਰ ਸਕਦਾ। ਦੂਸਰੇ ਪਾਸੇ ਜੇਕਰ ਉਹ ਇਹ ਸੋਚਦਾ ਹੈ ਕਿ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਬਾਰੇ ਗੱਲ ਕਰੇ ਤਾਂ ਉਸ ਨੂੰ ਆਪਣੀ ਨੌਕਰੀ ਦੇ ਚਲੇ ਜਾਣ ਦਾ ਵੀ ਡਰ ਹੈ। ਆਪਾਂ ਪੜ੍ਹਦੇ ਹਾਂ ਇਸ ਕਹਾਣੀ ਨੂੰ ਵਿਸਥਾਰ ਦੇ ਨਾਲ। ਕੁਲਫੀ ਕਹਾਣੀ ਹੈ ਸੁਜਾਨ ਸਿੰਘ ਦੀ। ਮਹੀਨਾ ਮੁੱਕਣ ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ ਪੁੱਡ ਜਾਂਦੀ ਹੈ। ਮੈਨੂੰ ਪੱਠੇ ਦੀ ਸਫ ਚੁੱਭ ਰਹੀ ਸੀ। ਪਿਆਰੇ ਬੱਚਿਓ, ਪੱਠੇ ਦੀ ਸਫ ਦਾ ਮਤਲਬ ਹੈ ਪੱਠਿਆਂ ਵਾਲੀ ਪੰਡ ਜਿਹੜੀ ਹੈ ਉਹ ਉਸਨੂੰ ਚੁੱਭ ਰਹੀ ਸੀ। ਉਸਦੇ ਉੱਪਰ ਉਹ ਢਾਸ ਲਗਾ ਕੇ ਉੱਤੇ ਬੈਠਾ ਹੋਇਆ ਸੀ। ਪਾਸਾ ਵੱਟ ਕੇ ਪਿੱਠ ਤੇ ਹੱਥ ਫੇਰਿਆ ਤਾਂ ਸਫ ਦੀਆਂ ਪਿੜੀਆਂ ਪਿੰਡੇ ਵਿੱਚ ਖੁੱਭੀਆਂ ਹੋਈਆਂ ਸਨ। ਸਫ ਦੀਆਂ ਪਿੜੀਆਂ ਮਤਲਬ ਤੀਲੀਆਂ ਦੇ ਨਿਸ਼ਾਨ, ਪੱਠਿਆਂ ਦੇ ਤੀਲਿਆਂ ਦੇ ਨਿਸ਼ਾਨ ਜਿਹੜੇ ਸੀ ਉਸਦੇ ਪਿੰਡੇ ਦੇ ਵਿੱਚ, ਉਸਦੇ ਲੱਕ ਦੇ ਉੱਤੇ ਉਹਨਾਂ ਦੇ ਨਿਸ਼ਾਨ ਬਣੇ ਹੋਏ ਸਨ। ਮਲਾਈ ਵਾਲੀ ਕੁਲਫੀ, ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮੇਰੇ ਮੂੰਹ ਵਿੱਚ ਪਾਣੀ ਆ ਗਿਆ, ਪਰ ਮੈਂ ਬੇਵੱਸ ਸਾਂ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਹਵਾਲਾਤ ਦੀ ਤੰਗੀ ਮਤਲਬ ਜੇਲ੍ਹ ਦੀ ਤੰਗੀ ਜਿਹੜੀ ਹੈ, ਜਿਸ ਤਰੀਕੇ ਨਾਲ ਉਹ ਕੱਟੀ ਜਾਂਦੀ ਹੈ, ਉਸ ਤੋਂ ਵੀ ਜ਼ਿਆਦਾ ਬਿਹਤਰ ਜਿਹੜੀ ਹਾਲਾਤ ਹੁੰਦੇ ਨੇਗੇ, ਮਾੜੇ ਹਾਲਾਤ ਹੁੰਦੇ ਨੇ, ਉਹ ਪੈਸੇ ਦੀ ਤੰਗੀ ਦੇ ਹੁੰਦੇ ਹਨ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਦਿੱਤਾ। ਹਲੂਣਨਾ ਮਤਲਬ ਝੰਜੋੜ ਦੇਣਾ, ਬਾਂਹ ਤੋਂ ਫੜ ਕੇ ਹਿਲਾ ਦੇਣਾ। ਮੈਂ ਖਿਜਿਆ ਹੋਇਆ ਸਾਂ, ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਬੱਚਿਓ, ਤੋਤਲੀ ਦਾ ਅਰਥ ਹੈ ਅਜੇ ਛੋਟਾ ਬੱਚਾ ਜਿਹਨੂੰ ਪੂਰੀ ਤਰੀਕੇ ਦੇ ਨਾਲ ਬੋਲਣਾ ਵੀ ਨਾ ਆਉਂਦਾ ਹੋਵੇ। ਦਾਜੀ, ਕਿੰਨੀਆਂ ਆਵਾਜ਼ਾਂ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ? ਇੱਕ ਛੋਟੇ ਜਿਹੇ ਬੱਚੇ ਦੀ ਤੋਤਲੀ ਆਵਾਜ਼ ਦੇ ਵਿੱਚ ਆਵਾਜ਼ ਹੈ ਦਾਜੀ, ਮਤਲਬ ਉਹ ਆਪਣੇ ਪਿਤਾ ਨੂੰ ਸੰਬੋਧਨ ਕਰਕੇ ਕਹਿ ਰਿਹਾ ਹੈ। ਹਾਂ ਹਾਂ, ਤੂੰ ਕੀ ਕਹਿਣਾ ਹੈ? ਦੱਸ ਵੀ, ਮੈਂ ਕੁਝ ਕਾਹਲੇ ਪੈ ਕੇ ਪੁੱਛਿਆ। ਤਕਾ, ਇੱਕ ਤਕਾ ਦਿਓ ਦਾਜੀ। ਤਕਾ ਦਾ ਮਤਲਬ ਟਕਾ। ਟਕਾ ਹੁੰਦਾ 2 ਪੈਸੇ ਦਾ ਸਿੱਕਾ। ਪਰ ਟਕਾ ਮੇਰੇ ਕੋਲ ਨਹੀਂ ਸੀ। ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ। ਜੂਨ ਦੀ 26 ਤਰੀਕ ਸੀ। ਘਰ ਦਾ ਖਰਚਾ, ਬਾਜ਼ਾਰ ਦੀ ਉਧਾਰ ਦੀ ਸਾਖ ਤੇ ਮਸਾਂ ਹੀ ਤੁਰ ਰਿਹਾ ਸੀ। ਬਾਜ਼ਾਰ ਦੀ ਸਾਖ, ਉਧਾਰ ਦੀ ਸਾਖ ਦਾ ਭਾਵ ਹੈ ਕਿ ਉਧਾਰ ਲੈ ਕੇ ਉਹ ਆਪਣੇ ਘਰ ਦਾ ਜਿਹੜਾ ਖਰਚਾ ਸੀ, ਬਾਜ਼ਾਰ ਵਿੱਚੋਂ ਸਮਾਨ ਖਾਣ ਪੀਣ ਦੇ ਲਈ ਉਧਾਰ ਲੈ ਕੇ ਚਲਾ ਰਿਹਾ ਸੀ। ਤਕਾ ਦਿਓ ਵੀ ਨਾ ਦਾਰਜੀ। ਬਾਹਰ ਮੁਰਮਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕਾ ਦੇ ਰਿਹਾ ਸੀ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਦੇ ਲਈ ਮੈਂ ਕਿਹਾ, ਕਾਕਾ ਤੂੰ ਤਕਾ ਕੀ ਕਰਨਾ ਹੈ? ਖਰਚਣਾ ਹੈ ਤਕਾ, ਹੋਰ ਕੀ ਕਰੀਦਾ ਤਕੇ ਨੂੰ? ਮੈਨੂੰ ਪਤਾ ਏ, ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋਈ ਸੀ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ। ਧੇਲਾ ਹੁੰਦਾ ਇੱਕ ਪੁਰਾਣਾ ਸਿੱਕਾ, ਜਿਹੜੇ ਪੁਰਾਣੇ ਸਮੇਂ ਦੇ ਵਿੱਚ ਪੈਸੇ ਚੱਲਦੇ ਸੀਗੇ, ਤੇ ਧੇਲੇ ਦੇ ਮਸੰਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਨਹੀਂ ਸਨ ਆਉਂਦੇ। ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਆਉਂਦੇ ਜਿੰਨੇ ਪਹਿਲਾਂ ਮਿਲਦੇ ਸੀ। ਆਮਦਨ ਮੇਰੀ ਮੇਰੇ ਪਿਤਾ ਦੀ ਆਮਦਨ ਦੇ ਪਾਸਕ ਵੀ ਨਹੀਂ ਸੀ। ਮਤਲਬ ਉਹਦੇ ਪਾਸਕ ਦਾ ਮਤਲਬ ਹੁੰਦਾ ਨੇੜੇ ਤੇੜੇ ਵੀ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ। ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਦੇ ਕਾਇਮ ਰੱਖਣ ਵਾਲੇ ਧਨ ਕੁਬੇਰਾਂ ਤੇ ਵਿਚਾਰ ਕਰਨ ਲੱਗਾ। ਧਨ ਕੁਬੇਰ ਮਤਲਬ ਅਮੀਰ ਲੋਕ,
ਜਿਹੜੇ ਜ਼ਿਆਦਾ ਪੈਸੇ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਧਨ ਕੁਬੇਰ ਵੀ ਕਿਹਾ ਜਾਂਦਾ ਹੈ, ਅਮੀਰ ਆਦਮੀਆਂ ਨੂੰ। ਬਾਹਰੋਂ ਫੇਰ ਮੁਰਮਰਾ ਅਤੇ ਛੋਲਿਆਂ ਦਾ ਹੁੱਕਾ ਗੂੰਜਿਆ ਤੇ ਨਾਲ ਹੀ ਕਾਕੇ ਨੇ ਆਖਿਆ, ਤਕਾ ਦਿਓ ਵੀ ਨਾ ਦਾਜੀ। ਤਕਾ ਭੈੜਾ ਹੁੰਦਾ ਹੈ, ਮੈਂ ਹਾਲਾਤ ਤੋਂ ਪੈਦਾ ਹੋਈ ਬਦਹਵਾਸੀ ਜਿਹੀ ਆਵਾਜ਼ ਵਿੱਚ ਕਿਹਾ। ਤਕਾ ਵੀ ਕਦੇ ਭੈੜਾ ਹੁੰਦਾ ਹੈ ਦਾਜੀ? ਤਕੇ ਦਾ ਮੁਰਮਰਾ ਆਉਂਦਾ ਹੈ। ਮੁਰਮਰੇ ਹੁੰਦੇ ਨੇ ਬੱਚਿਓ, ਆਪਾਂ ਮੱਕੀ ਦੇ ਦਾਣੇ ਜਿਹੜੇ ਇੱਕ ਤਾਂ ਪੌਪਕਾਰਨ ਖਾਂਦੇ ਹਾਂ ਤੇ ਜਿਹੜੇ ਦਾਣੇ ਫੁੱਲਦੇ ਨਹੀਂ ਹੈ ਉਹ ਮੁਰਮਰੇ ਹੁੰਦੇ ਨੇ, ਬਾਜ਼ਾਰ ਦੇ ਵਿੱਚੋਂ ਸਪੈਸ਼ਲ ਮਿਲਦੇ ਨੇ। ਮੁਰਮਰਾ ਭੈੜਾ ਹੁੰਦਾ ਹੈ, ਮੈਂ ਆਖਿਆ, ਤੇ ਬਾਕੀ ਗੱਲ ਹਾਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ, ਮੁਰਮਰਾ ਤੇ ਮਿੱਠਾ ਹੁੰਦਾ ਹੈ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਵੀ ਮਿੱਠੇ ਦਾ ਲੋਭੀ ਹਾਂ, ਪਰ ਫੇਰ ਵੀ ਮੈਂ ਆਪਣੀ ਫੋਕੀ ਹਿਕਮਤ ਜਤਾਉਂਦਿਆਂ ਕਿਹਾ, ਮੁਰਮਰੇ ਨਾਲ ਖੰਘ ਲੱਗ ਜਾਂਦੀ ਏ ਬੱਚੂ। ਹਿਕਮਤ ਹੁੰਦਾ ਮਤਲਬ ਆਪਣੀ ਵੈਦਗਿਰੀ ਦੇ ਨਾਲ ਉਹਨੂੰ ਸਮਝਾਉਂਦੇ ਹੋਏ। ਤੁਸੀਂ ਤਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਲੁਗਦੀ ਖੰਘ। ਮੁੰਡਾ ਮੱਛਰ ਦਾ ਜਾਪਦਾ ਸੀ। ਟਕਾ ਮੇਰੇ ਕੋਲ ਹੈ ਨਹੀਂ ਸੀ। ਮੈਂ ਕਾਕੇ ਨੂੰ ਟਾਲਣ ਲਈ ਉਸਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ, ਖਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ। ਮੁਰਮਰਾ ਗੰਦਾ ਹੁੰਦਾ ਹੈ, ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ। ਮੁਰਮਰੇ ਤੇ ਛੋਲਿਆਂ ਵਾਲਾ ਹੁਣ ਟਲ ਚੁੱਕਾ ਸੀ। ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣੀ ਮੰਨ ਗਿਆ। ਮੈਂ ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ, ਸੋ ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਦੇ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ। ਸਮਾਂ ਕਤਲ ਕਰਨਾ ਮਤਲਬ ਸਮਾਂ ਵਿਅਰਥ ਬਤੀਤ ਕਰਨਾ। ਕੀਮਤੀ ਸਮਾਂ ਮੈਂ 1 ਟਕੇ ਦੀ ਮੰਗ ਤੋਂ ਬਚਣ ਦੇ ਲਈ ਨਾਸ਼ ਕਰ ਰਿਹਾ ਸੀ। ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਪਰ ਸੁਣੇਗਾ ਕੌਣ? ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ। ਲੋੜਵੰਦ ਇਕੱਠੇ ਹੋ ਨਹੀਂ ਸਕਦੇ। ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ, ਤਾਂ ਜੋ ਇਕੱਠੀ ਮੰਗ ਨਾ ਕਰਨ। ਮੰਗ ਕੀਤਿਆਂ ਕਈ ਵਾਰੀ ਨੌਕਰੀਓਂ ਜਵਾਬ ਹੋ ਜਾਂਦਾ ਹੈ। ਮੈਂ ਡਰ ਗਿਆ। ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦੱਬੇ ਪੈਰੀਂ ਘਰ ਪਹੁੰਚਿਆ। ਦੱਬੇ ਮੈਰੀ ਮਤਲਬ ਹੌਲੀ ਹੌਲੀ ਤੁਰਦਾ ਹੋਇਆ, ਬਿਨਾਂ ਆਵਾਜ਼ ਕੀਤੇ। ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ। ਉਤੋਂ ਹੀ ਆਵਾਜ਼ ਆਈ, ਦਾਜੀ ਆਇਆ ਜੇ। ਤੇ ਥੋੜਾ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲਿਆ। ਦਾਜੀ ਕੁਲਫੀ ਖਾਣ ਜਾਣਾ ਜੇ? ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ। ਉੱਤੇ ਚੱਲ ਉੱਤੇ, ਮੈਂ ਕਿਹਾ। ਕਾਕਾ ਨਿਮੋਜਨਾ ਜਿਹਾ ਹੋ ਕੇ ਅੱਗੇ ਤੁਰ ਲੱਗਿਆ। ਨਿਮੋਜਨਾ ਮਤਲਬ ਬੇਵਸ ਜਿਹਾ ਹੋ ਕੇ। ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਏ, ਕੁਲਫੀ ਕੱਲ ਖਾਵਾਂਗੇ। ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਗਿਆ। ਜਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ, ਫੇਰ ਆਖਣ ਲੱਗਾ, ਦਾਜੀ ਤਾਰੇ ਪਈਏ ਹੁੰਦੇ ਨੇ ਨਾ? ਵੱਡਾ ਭਾ ਆਖਦਾ ਸੀ, ਤਾਰੇ ਪਈਏ ਹੁੰਦੇ ਨੇ ਨਾ? ਜੇ ਸਾਰੇ ਪਈਏ ਸਾਡੇ ਕੋਠੇ ਤੇ ਕਿਉਂ ਨਹੀਂ ਵਰ ਪੈਂਦੇ? ਤਾਰੇ ਮਤਲਬ ਅਸਮਾਨ ਵਿੱਚ ਚਮਕਦੇ ਹੋਏ ਤਾਰੇ, ਪਈਏ ਮਤਲਬ ਪੈਸੇ, ਕਿ ਜਿਹੜੇ ਸਾਰੇ ਇਹ ਪੈਸੇ ਤਾਰੇ ਜਿਹੜੇ ਉਹ ਆਪਣੇ ਪਿਤਾ ਨੂੰ ਪੁੱਛ ਰਿਹਾ ਕਿ ਤਾਰੇ ਰੁਪਈਏ ਹੁੰਦੇ ਨੇ ਨਾ? ਕਿ ਵੱਡਾ ਭਰਾ ਜਿਹੜਾ ਹੈ ਉਹ ਆਖਦਾ ਸੀਗਾ ਕਿ ਤਾਰੇ ਜਿਹੜੇ ਆ ਰੁਪਈਏ ਹੁੰਦੇ ਨੇ, ਤੇ ਜੇ ਇਹ ਸਾਰੇ ਹੀ ਜਿਹੜੇ ਰੁਪਈਏ ਨੇ, ਤਾਰੇ ਨੇ, ਸਾਡੇ ਕੋਠੇ ਤੇ ਵਰ ਜਾਣ, ਇਹਨਾਂ ਦਾ ਮੀਂਹ ਪੈ ਜਾਏ ਸਾਡੇ ਕੋਠੇ ਉੱਤੇ। ਮੈਂ ਇਹ ਆਖ ਕੇ ਤਾਰੇ ਰੁਪਈਏ ਨਹੀਂ ਹੁੰਦੇ, ਮਾਨੋ ਉਸਦਾ ਸੁਰਗ ਢਾਹ ਛੱਡਿਆ। ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਵੱਲ ਦੇਖਦਾ ਆਖਰ ਸੌਂ ਹੀ ਗਿਆ। ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਹੀਆ ਨਹੀਂ ਸੀ ਪੈ ਰਿਹਾ। ਹੀਆ ਮਤਲਬ ਹੌਸਲਾ ਨਹੀਂ ਸੀ ਪੈ ਰਿਹਾ ਉਸਦਾ ਕਿ ਆਪਣੇ ਸਾਥੀਆਂ ਤੋਂ ਕੁਝ ਪੈਸੇ ਉਧਾਰ ਮੰਗ ਲਵੇ। ਮੰਗਣਾ ਬਹੁਤ ਹੀ ਔਖਾ ਕੰਮ ਹੈ। ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ। ਬਹੁਤ ਹੀ ਵਧੀਆ ਕਹਾਵਤ ਹੈ, ਮੰਗਣ ਗਿਆ ਸੋ ਮਰ ਗਿਆ। ਮਤਲਬ ਜਿਹੜਾ ਮੰਗਣ ਜਾਂਦਾ ਹੈ ਮੰਗਤਾ ਹੁੰਦਾ ਹੈ, ਆਪਣੇ ਆਪ ਨੂੰ ਆਪਣੇ ਆਪੇ ਨੂੰ ਮਾਰ ਕੇ ਮੰਗਦਾ ਹੈ। ਇਸ ਲਈ ਮੰਗਣਾ ਜਿਹੜਾ ਹੈ, ਕਿਸੇ ਤੋਂ ਕੋਈ ਵੀ ਚੀਜ਼ ਮੰਗਣੀ ਬਹੁਤ ਔਖੀ ਹੈ। ਆਖਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲਏ। ਜਦ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼ਰੀਮਤੀ ਜੀ ਨੇ 3 ਰੁਪਏ ਮੁੱਛ ਲਏ ਭਾਵ ਉਹਦੇ ਕੋਲੋਂ ਖੋਹ ਲਏ।
ਫੜ ਲਏ ਉਹਦੇ ਕੋਲੋਂ। ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ, ਤੇਲ ਆਦਿ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਉਹ 3 ਰੁਪਏ ਮੁੱਕ ਗਏ। ਭਾਵ ਜਿਹੜੇ 3 ਰੁਪਏ ਉਹਦੇ ਪਿਤਾ ਨੇ ਲਿਆਏ ਸੀਗੇ ਉਧਾਰ, ਉਹਨਾਂ 3 ਰੁਪਇਆਂ ਦਾ ਉਹਦੀ ਪਤਨੀ ਨੇ ਘਰ ਦਾ ਸਮਾਨ ਲੈ ਆਂਦਾ। ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨਾਂ ਕਹਿ ਛੱਡਿਆ, ਬੜਾ ਉਹਨੂੰ ਯਾਦ ਰਹਿਣਾ ਹੈ, ਮੈਂ ਟਕਾ ਦੇ ਛੱਡਾਂਗੀ ਮੁਰਮਰੇ ਲਈ। ਕਾਕੇ ਜਾਗਦਿਆਂ ਹੀ ਕੁਲਫੀ ਮੰਗੀ। ਚੀਕ ਚਿਹਾੜਾ ਪੈ ਗਿਆ। ਕੱਲ ਵਾਲਾ ਮੁਰਮਰਾ ਤੇ ਟਕਾ ਮਨਜ਼ੂਰ ਨਹੀਂ ਸਨ। ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤ ਗੁਜ਼ਰੀ ਮੁੜਿਆ। ਢੇਰ ਰਾਤ ਗੁਜ਼ਰੀ ਮਤਲਬ ਕਾਫੀ ਰਾਤ ਲੰਘ ਚੁੱਕੀ ਸੀ ਜਦੋਂ ਘਰ ਵਾਪਸ ਆਇਆ। ਕਾਕੇ ਨੂੰ ਸੁੱਤਾ ਵੇਖ ਕੇ ਸਾਹ ਵਿੱਚ ਸਾਹ ਆਇਆ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ ਸੀ। ਮੈਂ ਕਾਕੇ ਦੇ ਨਾਲ ਲੰਮਾ ਪਿਆ ਬੜਾ ਬੇਚੈਨ ਰਿਹਾ। ਨੀਂਦ ਆਉਂਦੀ ਨਹੀਂ ਸੀ ਤੇ ਪਰ ਆਖਰ ਪਤਾ ਨਹੀਂ ਕਦੋਂ ਆ ਗਈ। ਨੀਂਦ ਦੇ ਆਖਦੇ ਹੀ ਸੂਲਾਂ ਤੇ ਵੀ ਆ ਜਾਂਦੀ ਏ। ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ। ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ। ਉਸ 2-3 ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ ਸਨ। ਹੁਣ ਉਸ ਬਾਂਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ। ਜਾਗਦਿਆਂ ਤਾਂ ਮੈਂ ਅੱਗੇ ਹੀ ਹੋਇਆ ਸਾਂ, ਹੁਣ ਚੇਤਨ ਹੋ ਗਿਆ। ਕਾਕਾ ਕੁਝ ਬੁੜਬੜਾਇਆ। ਬੁੜਬੜਾਉਣਾ ਮਤਲਬ ਮੂੰਹ ਦੇ ਵਿੱਚ ਹੀ ਬੋਲਣਾ। ਰਾਤ ਸੁੱਤੇ ਹੋਏ ਜਦੋਂ ਕੋਈ ਬੱਚਾ ਬੋਲਦਾ ਹੈ ਜਾਂ ਕੋਈ ਵੀ ਵਿਅਕਤੀ ਬੋਲਦਾ ਤਾਂ ਉਹਨੂੰ ਬੁੜਬੜਾਉਣਾ ਕਿਹਾ ਜਾਂਦਾ ਹੈ। ਮੈਨੂੰ ਕੁਝ ਪਤਾ ਨਾ ਲੱਗਾ। ਫਿਰ ਉਹ ਉੱਚੀ ਬੁੜਬੜਾਇਆ, ਕੁਫੀ ਕੁਫੀ, ਦਾਜੀ ਕੁਫੀ। ਮੈਂ ਬਹਿਬਲ ਹੋ ਉੱਠਿਆ। ਸਰਦਾਰ ਜੀ ਜਾਗਦੇ ਹੋ? ਸ਼੍ਰੀਮਤੀ ਜੀ ਨੇ ਆਖਿਆ ਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ, ਖਸਮਾ ਖਾਣਾ ਸੁੱਤਾ ਪਿਆ ਹੀ ਕੁਲਫੀ ਮੰਗਦਾ ਹੈ। ਮੇਰੇ ਤੇ ਮਾਨੋ ਬਿਜਲੀ ਪੈ ਗਈ ਸੀ। ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ। ਸਵੇਰੇ ਜਾਗ ਕੇ ਕਾਕੇ ਕੁਲਫੀ ਦੀ ਮੰਗ ਕੋਈ ਨਾ ਕੀਤੀ। ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਸਾਥੋਂ ਮੈਥੋਂ ਕੁਝ ਨਾ ਮੰਗਿਆ। ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ। ਉਸ ਚੁਭਣ ਵਾਲੀ ਸਫ਼ ਉੱਤੇ ਅਤੇ ਖੁਦਾਰ ਨਾ ਲੈ ਸਕਣ ਦੀ ਅਸਫਲਤਾ ਤੇ ਝੂਰਦਾ ਰਿਹਾ। ਫੇਰ ਮੈਨੂੰ ਨੀਂਦ ਆ ਗਈ। ਮੇਰੀ ਨੀਂਦ ਹਾਲੇ ਅਧਵਾਟੇ ਹੀ ਸੀ, ਮਤਲਬ ਅੱਧੀ ਕੱਚੀ ਅੱਧੀ ਪੱਕੀ ਨੀਂਦ ਸੀ, ਪੂਰੀ ਤਰ੍ਹਾਂ ਨਹੀਂ ਸੀ ਸੁੱਤਿਆ ਹੋਇਆ। ਅਧਵਾਟੇ ਦਾ ਮਤਲਬ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੋਕਾ ਦਿੱਤਾ, ਠੰਡੀ ਠਾਰ ਕੁਲਫੀ, ਮਜ਼ੇਦਾਰ ਕੁਲਫੀ। ਮੈਂ ਜਾਗ ਪਿਆ। ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਕ ਨਾਲ ਖੇਡ ਰਿਹਾ ਸੀ। ਦੂਸਰੀ ਆਵਾਜ਼ ਤੇ ਉਸਦੇ ਕੰਨ ਖੜੇ ਹੋ ਗਏ। ਬੱਤਕ ਨੂੰ ਸੁੱਟ ਕੇ ਉਹ ਖੜਾ ਹੋਇਆ। ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਵੱਲ ਨੂੰ ਵੇਖਣ ਲੱਗ ਪਿਆ। ਮੈਂ ਸੋਚਿਆ ਹੁਣ ਮੈਨੂੰ ਜਗਾਉਣ ਆਵੇਗਾ, ਪਰ ਉਹ ਉੱਥੇ ਹੀ ਖੜੋਤਾ ਰਿਹਾ। ਫਿਰ ਉਹ ਬਾਹਰ ਤੁਰ ਗਿਆ। ਮੈਂ ਛੋਪਲੀ ਉੱਠ ਕੇ ਬੂਹੇ ਓਲੇ ਆ ਖੜੋਤਾ। ਛੋਪਲੀ ਮਤਲਬ ਹੌਲੀ ਹੌਲੀ, ਜਿਹਦੇ ਨਾਲ ਆਵਾਜ਼ ਨਾ ਹੋਵੇ, ਚੁੱਪ ਚਪੀਤੇ ਹੀ ਉੱਠ ਕੇ ਦੱਬੇ ਪੈਰੀਂ ਉੱਠ ਕੇ ਉੱਥੇ ਖੜਾ ਹੋ ਗਿਆ। ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇਣ ਦੇ ਆਹਰ ਵਿੱਚ ਸੀ। ਇਹ ਮੁੰਡਾ ਗਲੀ ਵਿੱਚ ਬੁਲੀ ਸੀ। ਬੁਲੀ ਦਾ ਮਤਲਬ ਹੈ ਗੁੰਡਾ। ਗੁੰਡੇ ਦੇ ਰੂਪ ਦੇ ਵਿੱਚ ਸੀ ਇਹ ਲੜਕਾ, ਜਿਹੜਾ ਸੀ ਗੁੰਡਾਗਰਦੀ ਕਰਦਾ ਸੀ ਗਲੀ ਦੇ ਵਿੱਚ ਤੇ ਆਪਣੇ ਛੋਟੇ ਮੁੰਡਿਆਂ ਨੂੰ ਸਦਾ ਕੁੱਟਦਾ ਰਹਿੰਦਾ ਸੀ। ਇਹ ਕੋਈ 8 ਕੁ ਵਰਿਆਂ ਦਾ ਸੀ ਤੇ ਸਾਡੇ ਕਾਕੇ ਤੋਂ 3 ਕੁ ਸਾਲ ਵੱਡਾ ਸੀ। ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ। ਕੁਲਫੀ ਵੱਲ ਉਹ ਗੌਰ ਨਾਲ ਦੇਖ ਰਿਹਾ ਸੀ। ਗੌਰ ਮਤਲਬ ਬੜੇ ਹੀ ਧਿਆਨ ਦੇ ਨਾਲ। ਪਰ ਉਸ ਕੁਲਫੀ ਵਾਲੇ ਭਾਈ ਕੋਲੋਂ ਕੁਲਫੀ ਨਹੀਂ ਸੀ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ, ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ। ਧੁੱਸ ਦੇਣਾ ਮਤਲਬ ਜ਼ੋਰ ਦੇ ਨਾਲ ਅੱਗੇ ਵਧਣਾ। ਔ ਗਈ ਪਲੇਟ, ਔ ਗਈ ਕੁਲਫੀ। ਫਲੂਦਾ ਤੇ ਚਮਚਾ ਤੇ ਮੋਰੀ ਵਿੱਚ ਜਾ ਡਿੱਗਾ ਸ਼ਾਹਾਂ ਦਾ ਮੁੰਡਾ। ਕਿਸੇ ਜੇਤੂ ਵਾਂਗ ਕਾਕਾ ਉਸਦੇ ਵੱਲ ਦੇਖਦਾ ਰਿਹਾ। ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ। ਕੁਲਫੀ ਦਾ ਨੁਕਸਾਨ ਤੇ ਆਪਣੀ ਹੇਠੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਹੋਵੇ। ਜਿਉਂ ਹੀ ਉਹ ਉੱਠਿਆ, ਕਾਕੇ ਨੇ ਫੇਰ ਉਸ ਨੂੰ ਇੱਕ ਐਸੀ ਢੁੱਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਡਿੱਗ ਪਿਆ ਤੇ ਚੀਕਾਂ ਮਾਰਨ ਲੱਗ ਪਿਆ। ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ। ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ। ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ। ਸ਼ਾਹਣੀ, ਜੋ ਕਿ ਕਿਸੇ ਦਾ ਕੋਈ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਦੇਣ ਆ ਗਈ ਸੀ। ਕਾਕੇ ਦਾ ਸਰੀਰ ਭਖ ਰਿਹਾ ਸੀ।
ਸ਼੍ਰੀਮਤੀ ਜੀ ਨੇ ਕਿਹਾ, ਆ ਖਸਮਾ ਖਾਣਿਆ, ਤੂੰ ਲੱਗਾ ਹੈ ਹੁਣੇ ਅਲਾਂਬੇ ਲਿਆਉਣ, ਤੇ ਮਾਰਨ ਲਈ ਚਪੇੜ ਉਗਾਰੀ। ਮਤਲਬ ਉਗਾਰੀ ਦਾ ਮਤਲਬ ਵੱਟੀ। ਮੈਂ ਕਿਹਾ, ਕੁਝ ਵੰਡ ਛਦੈਣੇ, ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਹੈ। ਤਾਂ ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਸੁਜਾਨ ਸਿੰਘ ਜੀ ਨੇ ਇੱਕ ਲਾਚਾਰ, ਆਰਥਿਕ ਤੌਰ ਤੇ ਕਮਜ਼ੋਰ ਵਿਅਕਤੀ ਦੀ ਜਿਹੜੀ ਦੁਰਦਸ਼ਾ ਹੈ ਇਸ ਕਹਾਣੀ ਦੇ ਰਾਹੀਂ ਪੇਸ਼ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਬੱਚੇ ਨੂੰ ਤੇ ਆਪਣੇ ਮਨ ਦੀਆਂ ਇੱਛਾਵਾਂ ਨੂੰ ਦਬਾ ਦਿੰਦਾ ਹੈ। ਸੋ ਬੱਚਿਓ, ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਲੱਗੀ ਹੋਵੇਗੀ। ਇਸ ਦੇ ਪ੍ਰਸ਼ਨ ਉੱਤਰਾਂ ਦੇ ਨਾਲ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।